ਹੁਣ ਆਟਾ ਦਾਲ ਸਕੀਮ ਤੇ ਫਸ ਸਕਦਾ ਪੇਚ। ਗਵਰਨਰ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖ ਕੇ ਮੰਗਿਆ ਜਵਾਬ। ਕਿਹਾ ਪਿਛਲੇ ਸਾਲ ਇਸ ਸਕੀਮ ਤੇ ਲਿਖੇ ਮੇਰੇ ਪੱਤਰ ਦਾ ਤੁਸੀਂ ਹੁਣ ਤੱਕ ਨਹੀਂ ਦਿੱਤਾ ਜਵਾਬ। ਗੜਜੋੜ ਨੂੰ ਲੈ ਕੇ ਰਾਜਾ ਵੜਿੰਗ ਤੇ ਸੁਨੀਲ ਜਾਖੜ ਹੋਏ ਹੁਣ ਆਮੋ ਸਾਹਮਣੇ। ਜਾਖੜ ਬੋਲੇ ਪੰਜਾਬ ਦੇ ਵਿੱਚ ਕਾਂਗਰਸ ਹੁਣ ਨਹੀਂ ਰਹੀ ਵਿਰੋਧੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੋ ਚੁੱਕਾ ਹੈ ਗੜਜੋੜ। ਤਾਂ ਵੜਿੰਗ ਦਾ ਬਿਆਨ, ਕਿਹਾ ਸਾਡਾ ਪੰਜਾਬ 'ਚ ਕੋਈ ਗੜਜੋੜ ਨਹੀਂ, ਪਰ ਬੀਜੇਪੀ ਅਕਾਲੀ ਦਲ ਦੇ ਵਿੱਚ ਹੋ ਚੁੱਕੀ ਹੈ ਸੀਟਾਂ ਦੀ ਵੰਡ। ਲੋਕ ਸਭਾ 'ਚ ਦਿੱਲੀ ਆਰਡੀਨੈਂਸ ਦੇ ਨਾਲ ਜੁੜਿਆ ਦਿੱਲੀ ਸੇਵਾਵਾਂ ਬਿੱਲ ਪੇਸ਼। ਕੱਲ ਲੋਕ ਸਭਾ 'ਚ ਬਹਿਸ। ਕਾਂਗਰਸ ਨੇ ਬਿੱਲ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾ ਤਾਂ ਅਮਿਤ ਸ਼ਾਹ ਬੋਲੇ ਸੰਸਦ ਨੂੰ ਦਿੱਲੀ ਦੇ ਲਈ ਕਾਨੂੰਨ ਬਣਾਉਣ ਦਾ ਹੈ ਅਧਿਕਾਰ। ਦਿੱਲੀ ਪੁਲਿਸ ਦੇ ਰਿਮਾਂਡ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਮੁਲਜ਼ਮ। ਪਟਿਆਲਾ ਹਾਊਸ ਕੋਰਟ ਨੇ ਸਚਿਨ ਬਿਸ਼ਨੋਈ ਦਾ 10 ਦਿਨ ਦਾ ਦਿੱਤਾ ਰਿਮਾਂਡ। ਸਚਿਨ ਨੂੰ ਅਜ਼ਰਬਾਈਜਾਨ ਤੋਂ ਭਾਰਤ ਲੈ ਕੇ ਆਈ ਹੈ ਦਿੱਲੀ ਪੁਲਿਸ। ਗੈਂਗਸਟਰ ਟੈਰਰ ਲਿੰਕ ਦੇ ਉੱਤੇ ਐਨਆਈਏ ਦਾ ਵੱਡਾ ਐਕਸ਼ਨ। ਅਰਸ਼ ਡਾਲਾ, ਲਖਬੀਰ ਲੰਡਾ, ਹਰਵਿੰਦਰ ਰਿੰਦਾ ਸਣੇ 9 ਗੈਂਗਸਟਰ ਭਗੌੜੇ ਕਰਾਰ। 22 ਜੁਲਾਈ ਨੂੰ ਐਨਆਈਏ ਨੇ ਦਾਖਲ ਕੀਤੀ ਸੀ ਚਾਰਜਸ਼ੀਟ। ਪੰਜਾਬ ਦੇ ਵਿੱਚ ਐਨਆਈਏ ਦਾ ਵੱਡਾ ਆਪਰੇਸ਼ਨ। ਸੂਬੇ ਭਰ ਦੇ ਵਿੱਚ 15 ਤੋਂ ਵੱਧ ਥਾਵਾਂ ਦੇ ਉੱਤੇ ਛਾਪੇਮਾਰੀ। ਜਲੰਧਰ, ਮੁਕਤਸਰ ਤੇ ਮੋਗਾ 'ਚ ਰੇਡ। ਮੋਹਾਲੀ 'ਚ ਖਾਲਿਸਤਾਨੀ ਸਮਰਥਕ ਪਰਮਜੀਤ ਪੰਮਾ ਦਾ ਘਰ ਵੀ ਗਿਆ ਖੰਗਾਲਿਆ। ਪਟਿਆਲਾ ਦੇ ਵਿੱਚ ਖਾਲਸਾ ਏਡ ਦੇ ਨਾਲ ਜੁੜੇ ਅਮਰਪ੍ਰੀਤ ਸਿੰਘ ਦੇ ਘਰ ਦੇ ਉੱਤੇ ਵੀ ਐਨਆਰਆਈਏ ਦੀ ਰੇਡ। ਸਵੇਰੇ ਸਵੇਰੇ ਮਾਰਿਆ ਗਿਆ ਛਾਪਾ। ਖਾਲਸਾ ਏਡ ਦੇ 2 ਗੋਦਾਮਾਂ ਦੀ ਵੀ ਲਈ ਗਈ ਤਲਾਸ਼ੀ। ਨੂੰਹ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਹਰਿਆਣਾ ਦੇ ਵਿੱਚ ਟੈਂਸ਼ਨ। ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ। 44 ਐਫਆਈਆਰ, 70 ਲੋਕ ਹਿਰਾਸਤ 'ਚ। ਨੂੰਹ ਦੇ ਵਿੱਚ ਕਰਫਿਊ। ਨੇੜਲੇ ਜ਼ਿਲ੍ਹਿਆਂ 'ਚ ਲਗਾਈ ਗਈ ਧਾਰਾ 144। ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ। ਨਕਲੀ ਰਿਹਾਂ ਸਪਰੇਹਾਂ ਵੇਚਣ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ। ਦਵਾਈ ਕਿੱਥੋਂ ਆਈ, ਕਿੱਥੇ ਬਣੀ, ਤੈਅ ਤੱਕ ਜਾਵਾਂਗੇ। ਕਿਸਾਨਾਂ ਦੇ ਨੁਕਸਾਨ ਦੀ ਕੰਪਨੀ ਤੋਂ ਭਰਪਾਈ ਕਰਨ ਦੀ ਵੀ ਦਿਸ਼ਾ ਦੇ ਵਿੱਚ ਕਰਾਂਗੇ ਕੰਮ। ਸੀਐਮ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਚਿੰਦਾ ਦੇ ਪਰਿਵਾਰ ਦੇ ਨਾਲ ਵੰਡਾਇਆ ਦੁੱਖ। ਕਿਹਾ ਚਿੰਦਾ ਦਾ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ। ਡੀਐਮਸੀ ਦਾ 16 ਲੱਖ ਦਾ ਬਿੱਲ ਘਟਾ ਕੇ ਕਰਵਾਇਆ ਗਿਆ 8 ਲੱਖ। ਭਾਰਤ ਪਹੁੰਚੀ ਪਾਕਿਸਤਾਨ ਦੀ ਹਾਕੀ ਟੀਮ। ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਲਵੇਗੀ ਹਿੱਸਾ। 9 ਅਗਸਤ ਨੂੰ ਚੇਨਈ ਦੇ ਵਿੱਚ ਹੋਣਾ ਹੈ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ 7 ਵਾਲੀਆਂ ਖਬਰਾਂ ਲੈ ਕੇ। 7 ਵੱਜ ਚੁੱਕੇ ਨੇ। ਪੂਰੇ ਦਿਨ ਦਾ ਅਪਡੇਟ ਤੁਹਾਨੂੰ 7 ਵਾਲੀਆਂ ਖਬਰਾਂ ਦੇ ਜ਼ਰੀਏ ਦੱਸਾਂਗੇ। ਪੰਜਾਬ ਦੇ ਵਿੱਚ ਸਿਆਸਤ ਤੋਂ ਲੈ ਕੇ ਹੋਰ ਕੀ ਕੁਝ ਚੱਲ ਰਿਹਾ ਹੈ ਅਗਲੇ 1 ਘੰਟੇ ਦੇ ਦੌਰਾਨ। ਪੰਜਾਬ ਦੀ ਹਰ ਛੋਟੀ ਵੱਡੀ ਖਬਰ ਅਸੀਂ 7 ਵਾਲੀਆਂ ਖਬਰਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਗਵਰਨਰ ਦੀ। ਗਵਰਨਰ ਤੇ ਮੁੱਖ ਮੰਤਰੀ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਨੇ। ਅੱਜ ਜ਼ਿਕਰ ਸਭ ਤੋਂ ਪਹਿਲਾਂ 7 ਵਾਲੀਆਂ ਖਬਰਾਂ ਦੇ ਵਿੱਚ ਇਸ ਦਾ ਹੀ। ਸ਼ੁਰੂਆਤ ਗਵਰਨਰ ਦੀ ਸੀਐਮ ਮਾਨ ਨੂੰ ਚਿੱਠੀ ਦੇ ਨਾਲ। ਗਵਰਨਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਮੁੜ ਤੋਂ ਚਿੱਠੀ ਲਿਖੀ ਗਈ ਹੈ ਤੇ ਇਸ ਚਿੱਠੀ ਦੇ ਜ਼ਰੀਏ ਇੱਕ ਵਾਰ ਮੁੜ ਤੋਂ ਸਵਾਲ ਚੁੱਕੇ ਗਏ ਨੇ। ਇਸ ਵਾਰ ਮੁੱਦਾ ਹੈ ਆਟਾ ਦਾਲ ਸਕੀਮ ਦਾ। ਸ਼ੁਰੂਆਤ ਇਸ ਵੱਡੀ ਖਬਰ ਦੇ ਨਾਲ। ਤਾਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖੀ ਤੇ ਲਿਖਿਆ ਕਿ ਮੇਰੀ ਚਿੱਠੀਆਂ ਦਾ ਤੁਸੀਂ ਜਵਾਬ ਨਹੀਂ ਦਿੰਦੇ, ਮੇਰੇ ਲਈ ਵਿਹਲਾ ਸ਼ਬਦ ਇਸਤੇਮਾਲ ਕਰਦੇ ਹੋ, ਪਰ ਤੁਹਾਡੇ ਅਪਮਾਨਜਨਕ ਸ਼ਬਦ ਮੈਨੂੰ ਰੋਕ ਨਹੀਂ ਸਕਦੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਕਹਿ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸੰਵਿਧਾਨਿਕ ਡਿਊਟੀ ਨਿਭਾਉਂਦਾ ਰਹਾਂਗਾ। ਮੈਨੂੰ ਪਤਾ ਲੱਗਿਆ ਕਿ ਤੁਸੀਂ ਆਟਾ ਦਾਲ ਸਕੀਮ ਲੈ ਕੇ ਆ ਰਹੇ ਹੋ। ਮੈਂ ਪਿਛਲੇ ਸਾਲ ਸਤੰਬਰ ਦੇ ਵਿੱਚ ਇਸ ਦੇ ਉੱਤੇ ਜਵਾਬ ਮੰਗਿਆ ਸੀ। ਤੁਸੀਂ ਅੰਬੇਦਕਰ ਸਾਹਿਬ ਦੇ ਅਨੁਯਾਈ ਹੋਣ ਦਾ ਹਵਾਲਾ ਦਿੰਦੇ ਹੋ, ਪਰ ਅੰਬੇਦਕਰ ਸਾਹਿਬ ਦੇ ਲਿਖੇ ਸੰਵਿਧਾਨ ਦੇ ਵਿੱਚ ਹੀ ਗਵਰਨਰ ਨੂੰ ਜਿਹੜੇ ਅਧਿਕਾਰ ਦਿੱਤੇ ਨੇ ਉਹਨਾਂ ਦੇ ਉੱਤੇ ਗੌਰ ਨਹੀਂ ਕਰਦੇ। ਤਾਂ ਸਰਕਾਰ ਤੇ ਗਵਰਨਰ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਮੁੱਦਾ ਇਸ ਵਾਰ ਹੈ ਕਿਉਂਕਿ ਜਿਹੜਾ ਸੈਸ਼ਨ 19 ਅਤੇ 20 ਜੂਨ ਨੂੰ ਸੱਦਿਆ ਗਿਆ ਸੀ ਉਸ ਦੇ ਉੱਤੇ ਸਿਆਸਤ ਜ਼ਰੂਰ ਹੁੰਦੀ ਨਜ਼ਰ ਆ ਰਹੀ ਹੈ। ਹੁਣ ਤੱਕ ਗਵਰਨਰ ਕਹਿ ਰਹੇ ਨੇ ਕਿ ਉਹ ਤਾਂ ਸੈਸ਼ਨ ਹੀ ਲੀਗਲ ਨਹੀਂ ਸੀ। ਉਸ ਮੁੱਦੇ ਉੱਤੇ ਹੀ ਚਿੱਠੀਆਂ ਦਾ ਆਦਾਨ ਪ੍ਰਦਾਨ ਹੋ ਰਿਹਾ। ਇੱਕ ਦੂਜੇ ਵਾਲੇ ਪਾਸੇ ਤੋਂ ਬਿਆਨ ਇੱਕ ਦੂਜੇ ਨੂੰ ਭੇਜੇ ਜਾ ਰਹੇ ਨੇ ਤੇ ਇਸ ਵਿਚਾਲੇ ਗਵਰਨਰ ਨੇ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਤੁਸੀਂ ਤਾਂ ਮੈਨੂੰ ਵਿਹਲਾ ਕਹਿੰਦੇ ਹੋ ਤੇ ਤੁਸੀਂ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ, ਪਰ ਤੁਸੀਂ ਤੁਹਾਡੇ ਅਪਮਾਨਜਨਕ ਸ਼ਬਦਾਂ ਦੇ ਬਾਵਜੂਦ ਮੈਂ ਆਪਣੀ ਡਿਊਟੀ ਕਰਦਾ ਰਹਾਂਗਾ। ਜ਼ਿਕਰ ਇਹ ਵੀ ਕੀਤਾ ਕਿ ਤੁਸੀਂ ਅੰਬੇਦਕਰ ਸਾਹਿਬ ਦਾ ਜ਼ਿਕਰ ਕਰਦੇ ਹੋ, ਸੰਵਿਧਾਨ ਨਿਰਮਾਤਾ, ਪਰ ਉਹਨਾਂ ਦੇ ਹੀ ਲਿਖੇ ਗਏ ਸੰਵਿਧਾਨ ਦੇ ਵਿੱਚ ਗਵਰਨਰ ਨੂੰ ਅਧਿਕਾਰ ਦਿੱਤੇ ਗਏ ਨੇ। ਤਾਂ ਇਹ ਸਿਆਸਤ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਕਾਬਿਲ ਗੌਰ ਵੀ ਹੈ ਕਿ ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੀ
ਆਟਾ ਦਾਲ ਸਕੀਮ ਮੈਨੂੰ ਪਤਾ ਲੱਗਿਆ ਕਿ ਤੁਸੀਂ ਲੈ ਕੇ ਆ ਰਹੇ ਹੋ, ਪਰ ਇਸ ਆਟਾ ਦਾਲ ਸਕੀਮ ਨੂੰ ਲੈ ਕੇ ਪਿਛਲੇ ਸਾਲ ਮੈਂ ਤੁਹਾਨੂੰ ਚਿੱਠੀ ਲਿਖ ਕੇ ਜਾਣਕਾਰੀ ਜਾਂ ਜਵਾਬ ਮੰਗਿਆ ਸੀ, ਤੁਸੀਂ ਉਸ ਦੇ ਉੱਤੇ ਕੁਝ ਨਹੀਂ ਦੱਸਿਆ, ਤਾਂ ਉਹ ਚਿੱਠੀ ਵੀ ਨਾਲ ਨੱਥੀ ਕੀਤੀ ਗਈ ਹੈ ਜੋ ਲੈਟਰ ਲੰਘੇ ਸਾਲ ਲਿਖੀ ਗਈ ਸੀ ਆਟਾ ਦਾਲ ਸਕੀਮ ਦੇ ਮੁੱਦੇ ਉੱਤੇ ਗਵਰਨਰ ਦੇ ਵੱਲੋਂ ਪੰਜਾਬ ਸਰਕਾਰ ਨੂੰ। ਤਾਂ ਹੁਣ ਵੱਖ-ਵੱਖ ਮੁੱਦਿਆਂ ਤੋਂ ਬਾਅਦ ਸੈਸ਼ਨ ਦੇ ਵਿੱਚ ਪਾਸ ਬਿੱਲ ਜਾਂ ਉਸ ਤੋਂ ਪਹਿਲਾਂ ਟੀਚਰਾਂ ਨੂੰ ਸਿੰਗਾਪੁਰ ਭੇਜਣ ਦਾ ਮਸਲਾ, ਇਹ ਸਾਰੇ ਵਿਵਾਦਾਂ ਦੇ ਵਿਚਾਲੇ ਇੱਕ ਹੋਰ ਵੀ ਮੁੱਦਾ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਹੈ ਆਟਾ ਦਾਲ ਸਕੀਮ ਦਾ। ਤਾਂ ਵਾਰ ਪਲਟਵਾਰ ਦਾ ਦੌਰ ਜਾਰੀ ਹੈ ਤੇ ਇਸ ਵਿਚਾਲੇ ਚਿੱਠੀ ਲਿਖੀ ਗਈ ਹੈ ਗਵਰਨਰ ਦੇ ਵੱਲੋਂ ਮੁੱਖ ਮੰਤਰੀ ਦੇ ਨਾਮ ਦੇ ਉੱਤੇ। ਹੁਣ ਤੁਹਾਨੂੰ ਉਹ ਬਿਆਨ ਵੀ ਸੁਣਾਉਂਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ, ਜਿਸ ਦਾ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ। ਆ ਚੀਜ਼ ਹੈ ਨਾ, ਆ ਬਹੁਤ ਵੱਡੀ ਕਿਤਾਬ ਹੈ ਜੀ। ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕੀ ਹੈ ਇਹ ਚ ਮੈਂ ਕੋਈ ਆਰਡੀਐਫ ਬਾਰੇ ਕੋਈ ਹੋਮਵਰਕ ਨਹੀਂ ਲਿਖ ਕੇ ਲਿਆਇਆ, ਮੈਂ ਕਿਸੇ ਬਿੱਲ ਬਾਰੇ ਲਿਖ ਕੇ ਨਹੀਂ ਲਿਆਇਆ। ਇਹ ਮਾਨਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲਵ ਲੈਟਰ ਨਹੀਂ ਜੀ। ਆ ਦੇਖੋ ਇੰਨੇ ਨੇ ਵਿਹਲੇ ਬੈਠੇ ਉੱਥੇ ਇਹ ਕੰਮ ਤੇ ਨੇ, ਚੱਕ ਕੇ ਲੈਟਰ ਲਿਖ ਦੋ, ਫਿਰ ਕਹਿੰਦੇ ਜਵਾਬ ਕਿਉਂ ਨਹੀਂ ਦਿੰਦੇ। ਸਰਕਾਰ ਚਲਾ ਲੈਣ ਦੋ ਜੀ, ਇਲੈਕਟਡ ਆ। ਜਿਹੜੀ ਆਹ ਚੀਜ਼ ਹੈ ਨਾ, ਆ ਬਹੁਤ ਵੱਡੀ ਕਿਤਾਬ ਹੈ ਜੀ। ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕੀ ਹੈ ਇਹ ਚ ਮੈਂ ਕੋਈ ਆਰਡੀਐਫ ਬਾਰੇ ਕੋਈ ਹੋਮਵਰਕ ਨਹੀਂ ਲਿਖ ਕੇ ਲਿਆਇਆ, ਮੈਂ ਕਿਸੇ ਬਿੱਲ ਬਾਰੇ ਲਿਖ ਕੇ ਨਹੀਂ ਲਿਆਇਆ। ਇਹ ਮਾਨਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲਵ ਲੈਟਰ ਨਹੀਂ ਜੀ। ਆ ਦੇਖੋ ਇੰਨੇ ਨੇ ਵਿਹਲੇ ਬੈਠੇ ਉੱਥੇ ਇਹ ਕੰਮ ਤੇ ਨੇ, ਚੱਕ ਕੇ ਲੈਟਰ ਲਿਖ ਦੋ, ਫਿਰ ਕਹਿੰਦੇ ਜਵਾਬ ਕਿਉਂ ਨਹੀਂ ਦਿੰਦੇ। ਸਰਕਾਰ ਚਲਾ ਲੈਣ ਦੋ ਜੀ, ਇਲੈਕਟਡ ਆ। ਤਾਂ ਵਾਰ ਪਲਟਵਾਰ ਤਾਂ ਹੁੰਦਾ ਹੋਇਆ ਨਜ਼ਰ ਆ ਰਿਹਾ। ਅੱਗੇ ਵਧਦੇ ਹਾਂ ਸੱਤ ਵਾਲੀਆਂ ਖਬਰਾਂ ਦੇ ਵਿੱਚ। ਹੁਣ ਜ਼ਿਕਰ ਗੜਜੋੜ ਦਾ। ਹੁਣ ਗੱਲ ਇੰਡੀਆ ਗੜਜੋੜ ਵਾਲੀ ਸਿਆਸਤ ਦੀ। ਪੰਜਾਬ ਕਾਂਗਰਸ ਨੇ ਇੱਕ ਵਾਰ ਮੁੜ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਇਸ ਅਲਾਈਅੰਸ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੇ ਪੱਧਰ ਦੇ ਉੱਤੇ ਰਾਜਾ ਵੜਿੰਗ ਖੁਦ ਤਾਂ ਗੜਜੋੜ ਤੋਂ ਮੁਨਕਰ ਹੋ ਰਹੇ ਨੇ, ਪਰ ਅਕਾਲੀ ਦਲ ਬੀਜੇਪੀ ਗੜਜੋੜ ਦਾ ਦਾਅਵਾ ਕਰ ਰਹੇ ਨੇ। ਇਹ ਵੀ ਪਤਾ ਕਿ ਕੌਣ ਕਿੰਨੀਆਂ ਸੀਟਾਂ ਲੜ ਰਿਹਾ ਹੈ ਰਾਜਾ ਵੜਿੰਗ ਨੂੰ। ਰਾਜਾ ਵੜਿੰਗ ਸੀਟਾਂ ਨੂੰ ਲੈ ਕੇ, ਅਕਾਲੀ ਬੀਜੇਪੀ ਦੇ ਗੜਜੋੜ ਦੀਆਂ ਸੀਟਾਂ ਨੂੰ ਲੈ ਕੇ ਵੀ ਦਾਅਵਾ ਕਰ ਰਹੇ। ਇੱਕ ਪਾਸੇ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਬੀਜੇਪੀ ਖਿਲਾਫ ਏਕਾ ਕੀਤਾ ਗਿਆ, ਗੱਠਜੋੜ ਨੂੰ ਇੰਡੀਆ ਨਾਮ ਦਿੱਤਾ ਜਾ ਚੁੱਕਾ ਹੈ। ਕਾਂਗਰਸ ਤੇ ਆਪ ਵੀ ਇਸੇ ਅਲਾਈਅੰਸ ਦਾ ਹਿੱਸਾ ਹੈ, ਪਰ ਪੰਜਾਬ ਕਾਂਗਰਸ ਇਸ ਗੱਠਜੋੜ ਤੋਂ ਲਗਾਤਾਰ ਕਿਨਾਰਾ ਕਰ ਰਹੀ ਹੈ। ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇੰਡੀਆ ਗੱਠਜੋੜ ਅੱਪਰ ਲੈਵਲ ਤੇ ਹੋਇਆ ਹੈ। ਪੰਜਾਬ ਕਾਂਗਰਸ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਕੋਈ ਸੀਟ ਸ਼ੇਅਰਿੰਗ ਦੀ ਚਰਚਾ ਹੋਈ ਹੈ। ਸਾਡਾ ਅਲਾਈਅੰਸ ਇੰਡੀਆ ਅੱਪਰ ਲੈਵਲ ਤੇ ਹੈ। ਸਾਡੇ ਨਾਲ ਕਿਸੇ ਦਾ ਕੋਈ ਅਲਾਈਅੰਸ ਦੀ ਗੱਲ, ਕਿਸੇ ਪ੍ਰਕਾਰ ਦੀ ਕੋਈ ਚਰਚਾ, ਕਿਸੇ ਪ੍ਰਕਾਰ ਦਾ ਕੋਈ ਸਵਾਲ, ਕੋਈ ਚਰਚਾ ਹੀ ਨਹੀਂ। ਔਰ ਆਉਣਾ ਤੁਹਾਨੂੰ ਲੱਗਦਾ ਇਹ ਮੀਡੀਆ ਨੇ ਚਲਾਤਾ ਸੀਟ ਸ਼ੇਅਰਿੰਗ। ਇਹਦੇ ਜਿਹੜਾ ਬੰਦਾ ਇਹ ਕਹਿੰਦਾ ਵੀ ਸੀਟ ਸ਼ੇਅਰਿੰਗ ਹੋ ਗਈ ਹੈ, ਉਹਨੂੰ ਪੁੱਛ ਕੇ ਆਓ ਵੀ ਤੁਸੀਂ ਕਿਹਨੂੰ, ਸੋਨੀਆ ਜੀ ਨੂੰ, ਖਰਗੇ ਸਾਹਿਬ ਨੂੰ ਜਾਂ ਕੇਜਰੀਵਾਲ ਜੀ ਨੂੰ ਤੁਸੀਂ ਮਿਲਿਆ ਹੋ। ਤੇ ਨਾਲ ਹੀ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਕਿ ਜੇ ਆਪ ਸਰਕਾਰ 'ਚ ਸਾਡਾ ਕੋਈ ਵਿਧਾਇਕ ਮੰਤਰੀ ਬਣਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਸਾਡਾ ਅਲਾਈਅੰਸ ਹੋ ਗਿਆ, ਉੱਤੇ ਮਿਲ ਗਏ। ਜੇ ਕੋਈ ਸਾਡਾ ਮੰਤਰੀ ਬਣੇ ਜਾਂ ਸਾਡਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਦੇ, ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਅਗਰ ਕੋਈ ਨਹੀਂ ਬਣਿਆ ਤਾਂ ਜਾਖੜ ਸਾਹਿਬ ਕਿਰਪਾ ਕਰਕੇ ਆਪਦੇ ਬਿਆਨ ਦੇ ਮੁਤਲਕ ਮਾਫੀ ਮੰਗ ਲੈਣ। ਉੱਥੇ ਰਾਜਾ ਵੜਿੰਗ ਨੇ ਅਕਾਲੀ ਦਲ ਤੇ ਬੀਜੇਪੀ ਤੇ ਗੱਠਜੋੜ ਦਾ ਵੀ ਵੱਡਾ ਦਾਅਵਾ ਕਰ ਦਿੱਤਾ। ਸਿਰਫ ਦਾਅਵਾ ਹੀ ਨਹੀਂ, ਸੀਟ ਸ਼ੇਅਰਿੰਗ ਦਾ ਫਾਰਮੂਲਾ ਤੱਕ ਵੀ ਦੱਸ ਦਿੱਤਾ ਹੈ। ਜਾਖੜ ਸਾਹਿਬ ਇਹ ਗੱਲ ਕਲੈਰਿਟੀ ਲੈ ਕੇ ਆਉਣ, ਇਹ ਦੱਸਣ ਕਿ ਅਲਾਈਅੰਸ ਪੱਕਾ ਅਕਾਲੀ ਦਲ ਨਾਲ ਤੁਹਾਡੇ ਗੱਲ ਮੁੱਕ ਚੁੱਕੀ ਹੈ ਕਿ ਅਜੇ ਬਾਕੀ ਹੈ। ਜਿਹੜੀ ਸਾਡੇ ਕੋਲੇ ਖਬਰਾਂ ਦੇ ਮੁਤਾਬਕ ਤਾਂ ਮੁੱਕ ਚੁੱਕੀ ਹੈ ਕਿ 5 ਸੀਟਾਂ ਬੀਜੇਪੀ ਲੜੇਗੀ ਤੇ 6 ਸੀਟਾਂ ਅਕਾਲੀ ਦਲ ਲੜੇਗਾ ਤੇ 1 ਅਕਾਲੀ ਦਲ ਬਸਪਾ ਨੂੰ ਦੇਣੀ ਚਾਹੁੰਦਾ। ਇਹ ਗੱਲ ਮੁਕੰਮਲ ਤੌਰ ਤੇ ਅੰਦਰ ਮੁੱਕ ਗਈ ਹੈ। ਤਾਂ ਰਾਜਾ ਵੜਿੰਗ ਦੇ ਬਿਆਨਾਂ ਦੇ ਵਿਚਾਲੇ ਸੁਨੀਲ ਜਾਖੜ ਦੇ ਕਾਂਗਰਸ ਤੇ ਹਮਲੇ ਲਗਾਤਾਰ ਜਾਰੀ ਨੇ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਵਿਰੋਧੀ ਧਿਰ ਨਹੀਂ ਹੈ। ਹਾਲਾਂਕਿ ਆਪੋਜੀਸ਼ਨ ਦੀ ਅਫੀਸ਼ੀਅਲ ਮਾਨਤਾ ਕਾਂਗਰਸ ਦੇ ਕੋਲ ਹੈ, ਪਰ ਲੋਕਾਂ ਦੀ ਆਵਾਜ਼ ਚੁੱਕਣ ਦੇ ਲਈ ਬੀਜੇਪੀ ਬੈਠੀ ਹੈ।
ਤਾਂ ਮੇਰਾ ਮਤਲਬ ਹੈ ਵੀ ਅੱਜ ਪੰਜਾਬ ਦੇ ਅੰਦਰ ਆਪੋਜੀਸ਼ਨ ਹੈ ਨਹੀਂ। ਆਪੋਜੀਸ਼ਨ ਦੀ ਜ਼ਿੰਮੇਵਾਰੀ ਅਫੀਸ਼ੀਅਲ ਰੈਕਗਨੀਸ਼ਨ ਉਹਨਾਂ ਕੋਲ ਹੈ, ਕਾਂਗਰਸ ਕੋਲ, ਚਾਹੇ ਉਹ ਕੋਠੀ ਕਾਰ ਤੇ ਸਾਰਾ ਝੰਡਾ ਉਹਨਾਂ ਨੂੰ ਮੁਬਾਰਕ ਸਾਹਿਬ। ਅੱਬਲ ਤਾਂ ਉਹਨਾਂ ਨੂੰ ਮੋਰੈਲਿਟੀ ਉਹਦੀ ਛੱਡ ਦੇਣਾ ਚਾਹੀਦਾ ਸੀ ਵੀ ਹੁਣ ਅਸੀਂ ਇਕੱਠੇ ਹੋ ਗਏ, ਪਰ ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਬੀਜੇਪੀ ਬੈਠੀ ਹੈ ਸਰ। ਬੀਜੇਪੀ ਦੀ ਜ਼ਿੰਮੇਵਾਰੀ ਅਸੀਂ ਪੂਰੀ ਨਿਭਾਵਾਂਗੇ, ਲੋਕਾਂ ਦੀ ਆਵਾਜ਼ ਚੱਕਾਂਗੇ। ਕਾਂਗਰਸ ਪੰਜਾਬ ਨੇ ਗੋਡੇ ਟੇਕਦੇ ਹੋਣੇ ਆ, ਬੀਜੇਪੀ ਆਪਣੇ ਥਾਂ ਖੜੀ ਹੈ, ਲੋਕਾਂ ਨਾਲ ਖੜਾ। ਇੱਕ ਪਾਸੇ ਇੰਡੀਆ ਨਾਮ ਦਾ ਗੱਠਜੋੜ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਇਸ ਤੋਂ ਇਨਕਾਰੀ ਹੋਣਾ ਸਮਝ ਤੋਂ ਪਰੇ ਹੈ। ਜੇ ਨੈਸ਼ਨਲ ਗੱਠਜੋੜ ਦੇ ਵਿੱਚ ਕਾਂਗਰਸ ਤੇ ਆਪ ਦੀਆਂ ਤੰਦਾਂ ਮਜ਼ਬੂਤ ਨੇ ਤਾਂ ਫਿਰ ਪੰਜਾਬ ਕਾਂਗਰਸ ਇਸ ਤੋਂ ਅਲੱਗ ਕਿਵੇਂ ਹੋ ਸਕਦੀ ਹੈ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਸਵਾਲ ਤਾਂ ਜ਼ਰੂਰ ਹੈ ਕਿ ਜੇਕਰ ਨੈਸ਼ਨਲ ਪੱਧਰ ਦੇ ਉੱਤੇ ਗੱਠਜੋੜ ਹੋ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ, ਤਾਂ ਫਿਰ ਕੀ ਪੰਜਾਬ ਦੇ ਵਿੱਚ ਉਸ ਦਾ ਕੋਈ ਅਸਰ ਨਜ਼ਰ ਨਹੀਂ ਆਏਗਾ। ਰਾਜਾ ਵੜਿੰਗ ਦੇ ਬਿਆਨ ਜ਼ਰੂਰ ਇਸ ਸਵਾਲ ਖੜੇ ਕਰ ਰਹੇ ਨੇ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਹੁਣ ਖਾਦ ਵੇਚਣ ਵਾਲਿਆਂ ਦੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਨਕਲੀ ਖਾਦ ਦਵਾਈਆਂ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਨਕਲੀ ਦਵਾਈਆਂ ਕਿੱਥੋਂ ਬਣੀਆਂ, ਕਿੱਥੇ ਆਈਆਂ, ਕਿੱਥੇ ਗਈਆਂ, ਕੌਣ ਵੇਚ ਰਿਹਾ, ਸਭ ਤਹਿ ਤੱਕ ਜਾਵਾਂਗੇ। ਵੱਡੀ ਖਬਰ ਹੈ ਕਿਉਂਕਿ ਨਕਲੀ ਦਵਾਈਆਂ ਦੀ ਵਜ੍ਹਾ ਦੇ ਨਾਲ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਔਰ ਘਾਟਾ ਵੀ ਝੱਲਣਾ ਪੈਂਦਾ, ਫਸਲ ਖਰਾਬ ਤੱਕ ਹੋ ਜਾਂਦੀ ਹੈ। ਗੁਰਮੀਤ ਖੁੱਡੀਆਂ ਨੇ ਵੀ ਕਹਿ ਦਿੱਤਾ ਕਿ ਮੈਂ ਕਿਸੇ ਦੇ ਨਾਲ ਸਮਝੌਤਾ ਨਹੀਂ ਕਰਾਂਗਾ। ਅਧਿਕਾਰੀਆਂ ਨੂੰ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ। ਗਲਤ ਦਵਾਈ ਦੇ ਨਾਲ ਜੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਸ ਦੀ ਭਰਪਾਈ ਦੇ ਲਈ ਮੁਲਜ਼ਮਾਂ ਤੋਂ, ਯਾਨੀ ਕਿ ਜਿਹੜੀ ਮੁਲਜ਼ਮ ਕੰਪਨੀ ਹੋਏਗੀ, ਉਸ ਤੋਂ ਵਸੂਲੀ ਕਰਨ ਦੀ ਦਿਸ਼ਾ ਦੇ ਵਿੱਚ ਵੀ ਅਸੀਂ ਕੰਮ ਕਰਾਂਗੇ। ਗੁਰਦਾਸਪੁਰ ਵਿੱਚ 8-9 ਇਹੋ ਜਿਹੇ ਮਾਮਲੇ ਆਏ ਸੀ, ਉਹਨਾਂ ਦੇ ਲਾਇਸੈਂਸ ਕੈਂਸਲ, ਉਹਨਾਂ ਦੀ ਜਿਹੜੀਆਂ ਦੁਕਾਨਾਂ ਸੀਲ, ਔਰ ਉਸ ਤੋਂ ਬਾਅਦ ਕੁਝ ਅੰਮ੍ਰਿਤਸਰ 'ਚ, ਇਸੇ ਤਰ੍ਹਾਂ ਹੀ ਬਠਿੰਡੇ 'ਚ ਵੀ, ਲੁਧਿਆਣੇ 'ਚ। ਕਿ ਸਾਡੇ ਮਹਿਕਮੇ ਵੱਲੋਂ, ਮੇਰੇ ਵੱਲੋਂ ਇਹੋ ਜਿਹੀ ਕੋਈ ਢਿੱਲ ਨਹੀਂ ਹੋਊਗੀ ਤੇ ਉਹ ਰੋਜ਼ ਦੀ ਰੋਜ਼ ਕੋਈ ਆਪਰੇਸ਼ਨ ਚੱਲਦਾ ਰਹਿੰਦਾ ਹੈ। ਤੇ ਉਹਦੀ ਗੱਲ ਵਿੱਚ ਹੈ ਤੇ ਜੇ ਕਿਤੇ ਕੋਈ ਮਹਿਕਮੇ ਵੱਲੋਂ ਥੋੜੀ ਬਹੁਤੀ ਤੁਹਾਡੇ ਅਧਿਕਾਰੀਆਂ ਵੱਲੋਂ ਢਿੱਲ ਰਹੇਗੀ ਤਾਂ ਫਿਰ ਖੁੱਡੀਆਂ ਸਾਹਿਬ ਉੱਥੇ ਵੀ ਤਿਆਰ ਨੇ। ਮੈਂ ਪਹਿਲਾਂ ਅਧਿਕਾਰੀਆਂ ਨੂੰ ਸਮਝਾ ਵੀ ਲਿਆ, ਬੇਨਤੀ ਵੀ ਕਰ ਲਈ ਹੈ ਤੇ ਸਖਤ ਹਦਾਇਤ ਵੀ ਕੀਤੀ ਹੈ ਵੀ ਜੋ ਮੈਨੂੰ ਨਹੀਂ ਪਹਿਲਾਂ ਪਤਾ ਕੀ ਹੋਇਆ ਨਹੀਂ ਹੋਇਆ, ਪਰ ਜੋ ਹੁਣ ਮੈਂ ਇਹੋ ਜਿਹੀ ਗੱਲ ਸੁਣੀ ਤਾਂ ਚਾਹੇ ਕਿਸੇ ਦੀ ਕਿੱਡੀ ਵੱਡੀ ਸਿਫਾਰਿਸ਼ ਹੋਵੇ, ਕੁਛ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਮੈਂ ਪੰਜਾਬ ਨਾਲ ਖੜਾ, ਪੰਜਾਬ ਦੇ ਕਿਸਾਨਾਂ ਨਾਲ ਖੜਾ, ਆਮ ਆਦਮੀ ਨਾਲ ਖੜਾ। ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤ ਤੇ ਇਹ ਇਮਾਨਦਾਰੀ ਨਾਲ ਕੰਮ ਕਰਨਾ ਮੇਰਾ ਫਰਜ਼ ਹੈ। ਤਾਂ ਖੇਤੀਬਾੜੀ ਮੰਤਰੀ ਦਾਅਵਾ ਤਾਂ ਇਹੀ ਕਰ ਰਹੇ ਨੇ ਕਿ ਹੁਣ ਐਕਸ਼ਨ ਹੋਏਗਾ ਜਿਨ੍ਹਾਂ ਨੇ ਨਕਲੀ ਦਵਾਈਆਂ ਵੇਚੀਆਂ, ਕਿਸਾਨਾਂ ਤੱਕ ਪਹੁੰਚਾਈਆਂ, ਕਿਉਂਕਿ ਕਿਸਾਨਾਂ ਦਾ ਇਸ ਦੇ ਨਾਲ ਨੁਕਸਾਨ ਹੁੰਦਾ ਹੈ। ਅੱਗੇ ਵਧਦਿਆਂ ਤੇ ਹੁਣ ਗੱਲ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ। ਇਸ ਦਾ ਇੱਕ ਮਾਸਟਰਮਾਈਂਡ ਜਿਹੜਾ ਸੀ, ਕਈ ਮਾਸਟਰਮਾਈਂਡ ਸੀ, ਉਸ ਦੇ ਵਿੱਚੋਂ ਇੱਕ ਸਚਿਨ ਵੀ ਹੈ, ਸਚਿਨ ਬਿਸ਼ਨੋਈ ਜਾਂ ਸਚਿਨ ਥਾਪਨ, ਜਿਸ ਨੂੰ ਅਜ਼ਰਬੈਜਾਨ ਤੋਂ ਹੁਣ ਭਾਰਤ ਲਿਆਂਦਾ ਗਿਆ ਹੈ। ਦਿੱਲੀ ਦੀ ਅਦਾਲਤ ਨੇ ਉਸ ਨੂੰ 10 ਦਿਨ ਦੀ ਰਿਮਾਂਡ ਦੇ ਉੱਤੇ ਵੀ ਭੇਜ ਦਿੱਤਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਸ਼ਾਮਿਲ ਸਚਿਨ ਬਿਸ਼ਨੋਈ ਆਖਿਰਕਾਰ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਗਿਆ। ਭਾਰਤੀ ਸੁਰੱਖਿਆ ਏਜੰਸੀਆਂ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਡਿਪੋਰਟ ਕਰਕੇ ਵਾਪਸ ਦੇਸ਼ ਲਿਆਈਆਂ। ਬਿਸ਼ਨੋਈ ਖਿਲਾਫ ਹੋਈ ਇਸ ਵੱਡੀ ਕਾਰਵਾਈ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਜਾਮ ਦਿੱਤਾ। ਇਸ ਪੂਰੀ ਕਾਰਵਾਈ ਬਾਰੇ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚਐਸ ਧਾਲੀਵਾਲ ਨੇ ਖੁਦ ਜਾਣਕਾਰੀ ਵੀ ਦਿੱਤੀ ਤੇ ਮੂਸੇਵਾਲਾ ਦੇ ਕਤਲकांड ਵਿੱਚ ਸ਼ਾਮਿਲ ਸਚਿਨ ਬਿਸ਼ਨੋਈ ਦੀ ਭੂਮਿਕਾ ਦੇ ਬਾਰੇ ਖੁਲਾਸਾ ਕੀਤਾ। लास्ट ईयर 29 मई को सिद्धू मूसेवाला की हत्या के बाद से लगातार दिल्ली पुलिस स्पेशल सेल इस पे प्रयास करता रहा है, जिसके तहत आपको बताया कि जो शूटर्स थे उनको पकड़ा गया, अलग अलग मॉड्यूल्स को, और इनके मेन कॉन्स्पिरेटर को पकड़ा गया। तो उसी के चलते आज सुबह अजरबैजान से सचिन थापन को एक्स्ट्राडाइट किया गया है, उसकी अरेस्ट डाल ली गई है और आगे पुलिस कस्टडी रिमांड लेके जो कार्रवाई बनती है उसको अमल में लाया जाएगा। सचिन थापन देखिए लॉरेंस का करीबी है, उसके गांव का है, और एक तो अभी बड़ी अर्ली स्टेज है इंटरोगेशन की। जैसा कि उसने बताया कि एक तो बोलेरो जिस पे सिद्धू को चेज किया गया वो सचिन थापन ने ऑर्गेनाइज कराई। ਦੇਸ਼ ਲਿਆਉਣ ਤੋਂ ਬਾਅਦ ਸਚਿਨ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਦਿੱਲੀ ਪੁਲਿਸ ਦੇ 10 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ਹੁਣ ਤੁਹਾਨੂੰ ਸਚਿਨ ਬਿਸ਼ਨੋਈ ਦੇ ਬਾਰੇ ਵੀ ਦੱਸਦੇ ਹਾਂ। ਦਰਅਸਲ ਸਚਿਨ ਬਿਸ਼ਨੋਈ ਦਾ ਅਸਲ ਨਾਮ ਸਚਿਨ ਥਾਪਨ ਹੈ, ਜੋ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਸਚਿਨ ਬਿਸ਼ਨੋਈ ਮੂਸੇਵਾਲਾ ਦੇ ਕਤਲकांड ਅਤੇ ਕਤਲ ਦੀ ਪਲਾਨਿੰਗ ਵਿੱਚ ਸ਼ਾਮਿਲ ਸੀ, ਜਿਸ ਨੇ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਲਈ ਤੇ ਫਰਜ਼ੀ ਪਾਸਪੋਰਟ ਬਣਵਾ ਕੇ ਫਰਾਰ ਹੋ ਗਿਆ।
ਸਚਿਨ ਨੇ ਤਿਲਕ ਰਾਜ ਟੁਟੇਜਾ ਦੇ ਨਾਂ ਤੋਂ ਪਾਸਪੋਰਟ ਬਣਵਾਇਆ ਸੀ, ਜੋ ਦਿੱਲੀ ਦੇ ਸੰਗਮ ਵਿਹਾਰ ਦੇ ਪਤੇ ਤੇ ਬਣਵਾਇਆ ਗਿਆ ਸੀ। ਸਚਿਨ ਬਿਸ਼ਨੋਈ ਫਾਜ਼ਿਲਕਾ ਦਾ ਰਹਿਣ ਵਾਲਾ ਹੈ। ਸਚਿਨ ਬਿਸ਼ਨੋਈ ਤੇ ਨਾ ਸਿਰਫ ਮੂਸੇਵਾਲਾ ਕਤਲ ਕੇਸ ਦੇ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ, ਸਗੋਂ ਉਸ ਦੇ ਖਿਲਾਫ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਅਪਰਾਧਕ ਕੇਸ ਵੀ ਦਰਜ ਨੇ ਤੇ ਪੁੱਛਗਿੱਛ ਕਰਨ ਦੇ ਲਈ ਪੰਜਾਬ ਪੁਲਿਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੀ ਹੈ। ਅਜ਼ਰਬੈਜਾਨ ਤੋਂ ਉਹਨੂੰ ਦਿੱਲੀ ਦੇ 에ਅਰਪੋਰਟ ਲਾਇਆ ਗਿਆ ਤੇ ਹੁਣ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਇਲਾਵਾ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ, ਚਾਹੇ ਉਹ ਪੰਜਾਬ ਦੀ ਗੱਲ ਕਰ ਲਈਏ, ਚਾਹੇ ਉਹ ਦਿੱਲੀ ਦੀ ਗੱਲ ਕਰ ਲਈਏ, ਰਾਜਸਥਾਨ ਦੀ ਗੱਲ ਕਰ ਲਈਏ, ਹਰਿਆਣਾ ਦੀ ਗੱਲ ਕਰ ਲਈਏ, ਕਈ ਸਾਰੇ ਹੁਣ ਇਨਵੈਸਟੀਗੇਟ ਕੀਤੇ ਜਾ ਰਹੇ ਨੇ ਤੇ ਪੁੱਛਗਿੱਛ ਜਿਹੜੀ ਹੈ ਉਹ ਸ਼ੁਰੂ ਹੋ ਜੂ। ਤੁਹਾਨੂੰ ਦੱਸ ਦਈਏ ਕਿ ਇਹਦੇ ਨਾਲ ਹੁਣ ਪੰਜਾਬ ਪੁਲਿਸ ਵੀ ਜਲਦੀ ਪ੍ਰੋਡਕਸ਼ਨ ਵਾਰੰਟ ਤੇ ਸਚਿਨ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਏਗੀ ਤੇ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਜੁੜੀ ਕਈ ਚੀਜ਼ਾਂ ਨਾਲ ਲੈ ਕੇ ਪੁੱਛਗਿੱਛ ਹੋਣੀ ਹੈ। ਲੰਘੇ ਵਰੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਇਸ ਕੇਸ ਦੇ ਵਿੱਚ ਤਕਰੀਬਨ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਸਚਿਨ ਬਿਸ਼ਨੋਈ ਦੀ ਗ੍ਰਿਫਤਾਰੀ ਨਾਲ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਦਿੱਲੀ ਤੋਂ ਸ਼ੰਕਰ ਆਨੰਦ ਦੀ ਰਿਪੋਰਟ, ਨਿਊਜ਼ 18 ਪੰਜਾਬ।